ਕੈਨੇਡੀਅਨ ਗਵਰਨਮੈਂਟ ਹਰੇਕ ਨੂੰ ਉਨੀ ਕੀ ਮਾਨਤਾ ਦਿੰਦੀ ਹੈ ਐਜ਼ ਫਾਰ ਐਜ਼ ਉਹਨਾਂ ਦੀ ਰਿਕਗਨੀਸ਼ਨ ਜੀ ਕੰਸਰਨਡ ਹੈਗੀ ਆ। ਇਹ ਆਮ ਤੌਰ ਤੇ ਦੇਖਿਆ ਗਿਆ ਜਿਹੜਾ ਪੀਟੀ ਵਾਲਾ ਬੱਚਾ ਹੈ ਉਹਦਾ ਵੀਜ਼ਾ ਸਕਸੈਸ ਘੱਟ ਹੁੰਦਾ ਹੈ। ਯੂਨੀਵਰਸਿਟੀ ਤੇ ਕਾਲਜ ਨੇ ਪੀਟੀ ਲੈਣਾ ਬੰਦ ਨਹੀਂ ਕੀਤਾ। ਉਹ ਹਜੇ ਵੀ ਕਹਿੰਦੇ ਆ ਤੁਸੀਂ ਸਾਡੇ ਦਾਖਲਾ ਲੈਣਾ ਹੈ, ਸਾਡੇ ਕਿਸੇ ਵੀ ਕੋਰਸ ਦੇ ਵਿੱਚ ਪੀਟੀ ਦੀ ਇੰਨੀ ਰਿਕੁਆਇਰਮੈਂਟ ਹੈ। ਜਿੰਨੀ ਛੇਤੀ ਇੱਕ ਐਪਲੀਕੇਸ਼ਨ ਪ੍ਰੋਸੈਸ ਹੋਏਗਾ ਉਨੀ ਛੇਤੀ ਨਵਾਂ ਬੱਚਾ ਉਹ ਐਂਟਰਟੇਨ ਕਰ ਪਾਣਗੇ ਫॉर ਫਰਦਰ ਪ੍ਰੋਸੈਸਿੰਗ। ਬਹੁਤ ਵਾਰ ਇਹ ਸਵਾਲ ਆਉਂਦਾ ਦੈਟ ਅਸੀਂ ਪੀਟੀ ਕਰਦੇ ਹਾਂ ਤੇ ਇੰਡੀਆ ਦੇ ਦੂਜੇ ਹਿੱਸੇ 'ਚੋਂ ਮੇਰੇ ਫਰੈਂਡ ਨੇ ਪੀਟੀ ਕੀਤਾ, ਨਾਗਪੁਰ ਤੋਂ, ਮੁੰਬਈ ਤੋਂ, ਦਿੱਲੀ ਤੋਂ ਫਾਈਲ ਲਵਾਈ, ਉਹਦਾ ਵੀਜ਼ਾ ਆ ਗਿਆ, ਸਾਡਾ ਕਿਉਂ ਨਹੀਂ ਆਉਂਦਾ? ਮੇਰੇ ਆਲਸ ਨੰਬਰ ਨਹੀਂ ਆਉਂਦੇ ਪਏ ਤਾਂ ਮੈਂ ਪੀਟੀ ਕਰ। ਹੱਲੇ ਵੀ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਸਟਰਗਲ ਕਰਨਾ ਪੈ ਰਿਹਾ। ਹੱਲੇ ਵੀ ਇੱਦਾਂ ਦੇ ਬਹੁਤ ਲੋਕ ਹੈ ਜੋ ਸੈਟਲ ਨਹੀਂ ਹੋ ਪਾ ਰਹੇ ਕੈਨੇਡਾ ਦੇ ਵਿੱਚ ਜਾ ਕੇ ਵੀ। ਜਦ ਵੀ ਸਟੂਡੈਂਟ ਇੱਥੋਂ ਬਾਹਰ ਜਾਣ ਦੀ ਗੱਲ ਕਰਦਾ ਹੈ ਉਹ ਸਿੱਧਾ ਵੀਜ਼ੇ ਨੂੰ ਪੈਂਦਾ। ਮੇਰਾ ਵੀਜ਼ਾ ਕਦ ਆਊਗਾ? ਕੋਈ ਵੀ ਸਟੂਡੈਂਟ ਸਪੈਸ਼ਲੀ ਇਸ ਹਿੱਸੇ ਤੋਂ ਕੰਟਰੀ ਦੇ ਪ੍ਰੋਸੈਸ ਪੁੱਛ ਕੇ ਰਾਜੀ ਨਹੀਂ ਹੈ। ਆਪਾਂ ਚੀਟਿੰਗ ਦਾ ਬਲੇਮ ਵੀ ਲਾਣੇ ਅਗਲੇ ਬੰਦੇ ਉੱਤੇ, ਮੇਰੀ ਕਿਸਮਤ ਮਾੜੀ ਸੀ ਉਹਦਾ ਬਲੇਮ ਵੀ ਲਾਣੇ ਆ। ਤੁਸੀਂ ਹੈਲਪ ਮੰਗੋਗੇ ਤਾਂ ਹੈਲਪ ਮਿਲੇਗੀ। ਕੋਈ ਵੀ ਦੁੱਖ ਸੁੱਖ ਹੁੰਦਾ ਗੋ ਟੂ ਯੂਨੀਵਰਸਿਟੀ, ਗੋ ਟੂ ਕਾਲਜਸ, ਗੋ ਟੂ ਉਹਨਾਂ ਦੇ ਇੰਟਰਨੈਸ਼ਨਲ ਆਫਿਸ ਦੇ ਵਿੱਚ। ਤੁਹਾਡੇ ਲਈ ਇੰਟਰਨੈਸ਼ਨਲ ਸਟੂਡੈਂਟ ਲਈ ਬਹੁਤ ਸਾਰੇ ਕਾਉਂਸਲਰਸ, ਬਹੁਤ ਸਾਰੇ ਹੈਲਪ ਦੀ ਗਾਈਡਸ ਅਵੇਲੇਬਲ ਹੁੰਦੀ। ਇੱਕ BA ਦੀ ਪੜ੍ਹਾਈ ਜਾਂ BCom ਦੀ ਪੜ੍ਹਾਈ ਸਿਰਫ ਇਸੇ ਕਰਕੇ ਲੈਂਦਾ ਕਿਉਂਕਿ ਉਹਦੇ 5 ਦੋਸਤ ਜਾਂਦੇ ਪਏ ਨੇ ਉੱਥੇ। ਉਹਨੂੰ ਆਪ ਨੂੰ ਕੁਝ ਨਹੀਂ ਪਤਾ ਲਾਈਫ 'ਚ ਕਰਨਾ ਕੀ ਹੈ। ਅੱਜ ਮੇਰੇ 5-6 ਮਿੱਤਰ ਚਲੇ ਗਏ, ਮੈਂ ਉਹਦੇ ਨਾਲ ਹੀ ਉਹਨਾਂ ਕਾਲਜਾਂ ਵਿੱਚ ਹੋ ਗਿਆ। ਉਹ ਕੋਰਸ ਨਹੀਂ ਪੁੱਛਦਾ ਕੀ ਪੜਾਂਗਾ, ਉਹ ਲੋਕੇਸ਼ਨ ਪੁੱਛਦਾ। ਮੇਰਾ ਦੋਸਤ ਇੱਥੇ ਹੈ, ਉਹਨੇ ਮੇਰੇ ਜਾਂਦੇ ਕੰਮ ਲੱਭ ਲਿਆ। ਨਾ ਮੈਨੂੰ ਪੜ੍ਹਾਈ ਦਾ ਪੁੱਛਣਾ, ਨਾ ਮੈਨੂੰ ਵੀਜ਼ੇ ਦਾ ਪੁੱਛਣਾ, ਬਸ ਇੱਕੋ ਜਵਾਬ ਵੀਜ਼ਾ ਆ ਜਾਊਗਾ ਭਾਜੀ, ਦੈਟਸ ਇਟ। ਤਾਂ ਆਹ ਸਵਾਲਾਂ ਤੋਂ ਜਦ ਸ਼ੁਰੂਆਤ ਹੁੰਦੀ ਹੈ ਨਾ, ਉਹ ਸ਼ੁਰੂਆਤ ਹੈ ਚੀਟਿੰਗ ਦੀ, ਉਹ ਸ਼ੁਰੂਆਤ ਹੈ ਟਾਈਮ ਵੇਸਟ ਦੀ, ਉਹ ਸ਼ੁਰੂਆਤ ਹੈ ਪੈਸੇ ਵੇਸਟ ਦੀ। 4 ਵਾਰ ਤੁਹਾਡਾ ਕਾਲਜ ਤੋਂ ਵੀਜ਼ਾ ਰਿਫਿਊਜ਼ਲ ਹੈ, ਏਜੰਟ ਤੁਹਾਨੂੰ ਯੂਨੀਵਰਸਿਟੀ ਦੇ ਟਿਕਾਣੇ ਪਾ ਜਾਂਦਾ। ਯੂਨੀਵਰਸਿਟੀ ਤੋਂ 2 ਵਾਰ ਰਿਫਿਊਜ਼ਲ ਹੋ ਗਿਆ, ਤੁਸੀਂ ਵਾਪਸ ਕਾਲਜ ਵਾਲੇ ਪਾਸੇ ਆ ਜਾਂਦੇ ਹੋ, ਇੱਕ ਫੁੱਟਬਾਲ ਹੀ ਬਣ ਕੇ ਰਹਿ ਜਾਂਦੇ ਹੋ। ਡੇਲੀ ਪੋਸਟ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਸਵੀਰ ਕੌਰ ਸਵਾਗਤ ਕਰਦੀ ਹਾਂ। ਆਪਾਂ ਸਾਰਿਆਂ ਨੂੰ ਪਤਾ ਹੈ ਬਾਹਰ ਜਾਣ ਦੇ ਲਈ ਆਈਲਸ ਬਹੁਤ ਜ਼ਿਆਦਾ ਜ਼ਰੂਰੀ ਹੈ, ਖਾਸ ਕਰ ਸਟੂਡੈਂਟ ਵੀਜ਼ਾ ਦੇ ਲਈ। ਪਰ ਜਿਹੜੀ ਇੱਕ ਟਰਮ ਹੈ ਪੀਟੀ ਦਾ ਜਿਹੜਾ ਐਗਜ਼ਾਮ ਹੈ ਉਹ ਕਿੰਨਾ ਕੁ ਜ਼ਰੂਰੀ ਹੁੰਦਾ ਹੈ, ਉਹ ਇਸ ਦੇ ਬਾਰੇ ਪੂਰੀ ਜਾਣਕਾਰੀ ਦੇਣਗੇ ਅੱਜ ਰੋਹਿਤ ਸੇਠੀ ਜੀ ਮੇਰੇ ਨਾਲ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਸਰ। ਥੈਂਕ ਯੂ ਵੈਰੀ ਮਚ ਜੀ। ਦੇਖੋ ਜਿਹੜਾ ਵੀ ਆਇਲਸ ਤੇ ਉਹਦੇ ਪੈਰਲਲ ਐਗਜ਼ਾਮ ਨੇ, ਜਿਵੇਂ PT ਹੋ ਗਿਆ, ਟੋਫਲ ਹੋ ਗਿਆ, ਕੈਨੇਡੀਅਨ ਗਵਰਨਮੈਂਟ ਹਰੇਕ ਨੂੰ ਉਨੀ ਕੀ ਮਾਨਤਾ ਦਿੰਦੀ ਹੈ ਐਜ਼ ਫਾਰ ਐਜ਼ ਉਹਨਾਂ ਦੀ ਰਿਕਗਨੀਸ਼ਨ ਜੀ ਕੰਸਰਨਡ ਹੈਗੀ ਹੈ। ਬਟ ਜਿੱਥੇ ਗੱਲ ਆ ਜਾਂਦੀ ਵੀਜ਼ੇ ਦੀ, ਇਹ ਆਮ ਤੌਰ ਤੇ ਦੇਖਿਆ ਗਿਆ ਜਿਹੜਾ PT ਵਾਲਾ ਬੱਚਾ ਹੈ ਉਹਦਾ ਵੀਜ਼ਾ ਸਕਸੈਸ ਘੱਟ ਹੁੰਦਾ। ਹੁਣ ਹਰ ਕੋਈ PT ਤੇ ਬਲੇਮ ਕਰਦਾ ਹੈ, ਪ੍ਰੋਫਾਈਲ ਤੇ ਬਲੇਮ ਕਰਦਾ ਹੈ, ਜਾਂ ਆਪਣੀ ਕਹਾਣੀਆਂ ਵਿੱਚ ਹਮੇਸ਼ਾ ਆਉਂਦੀਆਂ ਨੇ ਕਿਉਂਕਿ ਯੂਨੀਵਰਸਿਟੀ ਤੇ ਕਾਲਜ ਨੇ PT ਲੈਣਾ ਬੰਦ ਨਹੀਂ ਕੀਤਾ। ਉਹ ਹਜੇ ਵੀ ਕਹਿੰਦੇ ਆ ਤੁਸੀਂ ਸਾਡੇ ਦਾਖਲਾ ਲੈਣਾ ਹੈ, ਸਾਡੇ ਕਿਸੇ ਵੀ ਕੋਰਸ ਦੇ ਵਿੱਚ PT ਦੀ ਇੰਨੀ ਰਿਕੁਆਇਰਮੈਂਟ ਹੈ। ਤਾਂ ਫਿਰ ਕੀ ਵਜ੍ਹਾ ਹੈ? ਜਿਹੜੀ ਇੰਪੋਰਟੈਂਟ ਚੀਜ਼ ਹੈ ਵੀ PT ਵਾਲੇ ਬੱਚੇ ਨੂੰ ਅੰਬੈਸੀ ਜਿਹੜੀ ਹੈ ਉਹ ਮਾਨਤਾ ਨਹੀਂ ਦਿੰਦੀ। ਉਹਦਾ ਸਿੰਪਲ ਸਟੈਟਿਸਟਿਕ ਜਿਹੜਾ ਪਿਛਲੇ 2 ਸਾਲ ਤੋਂ ਨਿਚੋੜ ਅਸੀਂ ਕੱਢਿਆ ਫਰਮ ESS ਪੁਆਇੰਟ ਆਫ ਵਿਊ, ਜੇ ਇੱਕ ਸਪੈਸ਼ਲ ਸਕੀਮ SDS ਵਰਗੀ ਇੰਨੇ ਸਾਰੇ ਕੰਟਰੀਜ਼ ਦੇ ਵਿੱਚੋਂ ਸਿਰਫ 14 ਕੰਟਰੀਜ਼ ਨੂੰ ਦਿੱਤੀ ਗਈ ਹੈ, 14 ਕੰਟਰੀਆਂ ਨੂੰ ਇਹ ਸਕੀਮ ਅਵੇਲੇਬਲ ਕਰਾਈ ਗਈ ਹੈ ਫਰਮ ਕੈਨੇਡੀਅਨ ਗਵਰਨਮੈਂਟ, ਜਿਹਦੇ ਵਿੱਚ ਕੀ ਆ, ਜਿਹਦਾ ਨੇਚਰ ਹੈਗਾ ਟੂ ਐਕਸਪੀਡੀਟ ਦਾ ਐਪਲੀਕੇਸ਼ਨ ਪ੍ਰੋਸੈਸਿੰਗ। ਜਿਹੜਾ ਬੱਚਾ SGS ਕੈਟੇਗਰੀ ਦੇ ਵਿੱਚ ਅਪਲਾਈ ਕਰੇਗਾ ਉਹਦਾ ਐਪਲੀਕੇਸ਼ਨ ਪ੍ਰੋਸੈਸ ਤੇਜ਼ੀ ਦੇ ਨਾਲ ਹੋਏਗਾ। SGS ਦੀ ਸਕੀਮ ਇਹ ਕਿਉਂ ਆਈ ਸੀ? ਕਿਉਂਕਿ ਇਹਨਾਂ 14 ਕੰਟਰੀਜ਼ ਦੇ ਵਿੱਚ ਕੈਨੇਡਾ ਨੂੰ ਆਪਣਾ ਸਟੂਡੈਂਟ ਵੀਜ਼ਾ ਮਾਰਕੀਟ ਦਿਖਿਆ। ਹੁਣ ਜਿੰਨੀ ਛੇਤੀ ਇੱਕ ਐਪਲੀਕੇਸ਼ਨ ਪ੍ਰੋਸੈਸ ਹੋਏਗਾ ਉਨੀ ਛੇਤੀ ਨਵਾਂ ਬੱਚਾ ਉਹ ਐਂਟਰਟੇਨ ਕਰ ਪਾਣਗੇ ਫॉर ਫਰਦਰ ਪ੍ਰੋਸੈਸਿੰਗ। ਹੁਣ ਇੱਕ ਪਾਸੇ ਕੈਨੇਡਾ ਨੇ ਇੰਡੀਆ ਨੂੰ SGS ਦੀ ਕੈਟੇਗਰੀ 'ਚ ਪਾਇਆ ਹੋਇਆ, ਦੈਟ ਇੰਡੀਆ ਤੋਂ ਜਾਣ ਵਾਲਾ ਬੱਚਾ ਜਿਹਦੇ ਕੋਲ ਆਇਲਸ ਹੈਗਾ, 1 ਸਾਲ ਦੀ ਟਿਊਸ਼ਨ ਫੀ ਰਿਸੀਟ ਹੈ, GIC ਹੈ, ਉਹ SGS ਦੇ ਵਿੱਚ ਅਪਲਾਈ ਕਰ ਸਕਦਾ। ਦੂਜੇ ਪਾਸੇ ਤੁਹਾਡੇ ਕੋਲ PT, ਟੋਫਲ ਜਾਂ ਵਿਦਾਊਟ ਆਇਲਸ ਜਾਂ ਵਿਦਾਊਟ ਕਿਸੇ ਵੀ ਇੰਗਲਿਸ਼ ਟੈਸਟ ਤੋਂ ਅਪਲਾਈ ਕਰਦੇ ਪਏ ਹੋ, ਤੁਹਾਡਾ ਐਪਲੀਕੇਸ਼ਨ ਰੈਗੂਲਰ ਪ੍ਰੋਸੈਸਿੰਗ ਦੇ ਵਿੱਚ ਜਾਏਗਾ, ਜਿਹਨੂੰ ਅਸੀਂ ਸਟੂਡੈਂਟਸ ਨੇ ਨਾਮ ਦੇ ਦਿੱਤਾ ਨੋਨ SGS ਦਾ। ਵੈਰਸ ਨੋਨ SGS ਵਰਗੀ ਕੋਈ ਟਰਮ ਨਹੀਂ ਹੈਗੀ ਕੈਨੇਡੀਅਨ CIC ਦੇ ਉੱਤੇ। ਇਟ ਇਜ਼ ਆਈਦਰ SGS ਔਰ ਰੈਗੂਲਰ ਪ੍ਰੋਸੈਸਿੰਗ ਆਫ ਐਪਲੀਕੇਸ਼ਨਸ। ਹੁਣ ਜਿੱਥੇ ਬੱਚਾ PT ਦੇ ਨਾਲ ਜਾਂਦਾ ਐਂਡ ਉਸ ਤੋਂ ਬਾਅਦ ਉਹ ਡਿਪਲੋਮੇ ਕੋਰਸਿਸ ਦੇ ਵਿੱਚ ਆਪਣੀ ਐਂਟਰੀ ਲੈ ਲੈਂਦਾ ਹੈ, ਜਿੱਥੇ ਕਿਤੇ ਨਾ ਕਿਤੇ ਬਹੁਤ ਹਿਊਜ ਕੰਪੀਟੀਸ਼ਨ ਹੈ ਆਇਲਸ ਵਾਲੇ ਬੱਚਿਆਂ ਦਾ ਆਲਰੇਡੀ।
ਹੁਣ ਆਲਰੇਡੀ ਤੋਂ ਮੇਰਾ ਮਤਲਬ ਹੈ ਜੇ ਕੈਨੇਡੀਅਨ ਗਵਰਨਮੈਂਟ ਨੇ ਲੱਖ ਸਵਾ ਲੱਖ ਵੀਜ਼ਾ ਦੇਣਾ ਹੈ ਤੇ SGS ਦੀ ਹੀ ਐਪਲੀਕੇਸ਼ਨਾਂ ਉਹਨਾਂ ਕੋਲ 2-3 ਲੱਖ ਆ ਜਾਂਦੀਆਂ ਨੇ ਤਾਂ ਉਹ PT ਵਾਲੇ ਪਾਸੇ ਦੇਖਣਗੇ ਵੀ ਕਿਉਂ? ਕਿਉਂਕਿ ਇੱਕ ਸਪੈਸ਼ਲ ਪ੍ਰੋਵੀਜ਼ਨ ਹੈਗੀ ਹੈ SGS ਦੀ ਸਟੂਡੈਂਟਸ ਵਾਸਤੇ। ਜੇ ਮੈਂ ਐਜ਼ ਅ ਕੁਆਲੀਫਾਈਡ ਸਟੂਡੈਂਟ SGS ਦੇ ਵਿੱਚ ਕੁਆਲੀਫਾਈ ਹੋਣਾ ਪਿਆ ਤਾਂ PT ਵਿੱਚ ਜਾ ਕੇ ਮੇਰਾ ਵੀਜ਼ਾ ਚਾਂਸਸ ਆਟੋਮੈਟਿਕਲੀ ਘਟਣਗੇ ਹੀ ਘਟਣਗੇ। ਹਾਊਐਵਰ ਬਹੁਤ ਵਾਰ ਇਹ ਸਵਾਲ ਆਉਂਦਾ ਦੈਟ ਅਸੀਂ PT ਕਰਦੇ ਹਾਂ ਅਤੇ ਇੰਡੀਆ ਦੇ ਦੂਜੇ ਹਿੱਸੇ 'ਚੋਂ ਮੇਰੇ ਫਰੈਂਡ ਨੇ PT ਕੀਤਾ, ਨਾਗਪੁਰ ਤੋਂ, ਮੁੰਬਈ ਤੋਂ, ਦਿੱਲੀ ਤੋਂ ਫਾਈਲ ਲਵਾਈ, ਉਹਦਾ ਵੀਜ਼ਾ ਆ ਗਿਆ, ਸਾਡਾ ਕਿਉਂ ਨਹੀਂ ਆਉਂਦਾ? ਉਹਦਾ ਬੜਾ ਸਿੰਪਲ ਜਿਹਾ ਆਨਸਰ ਮੈਂ ਦਿੰਦਾ, ਆਪਾਂ ਕਿੱਥੇ ਬੈਠੇ ਹਾਂ ਜੋਗ੍ਰਾਫੀ ਬਹੁਤ ਡਿਪੈਂਡ ਕਰਦੀ ਹੈ। ਕਿਉਂ? ਆਪਾਂ PT ਜਿੱਥੇ ਨਾਰਥ ਇੰਡੀਆ ਦੇ ਵਿੱਚ ਬੈਠ ਕੇ ਇਸ ਪਰਪਸ ਜਾਂ ਇਸ ਕੌਨਟੈਕਸਟ ਦੇ ਨਾਲ ਦਿੰਦੇ ਹਾਂ, ਮੇਰੇ ਆਇਲਸ 'ਚ ਨੰਬਰ ਨਹੀਂ ਆਉਂਦੇ ਪਏ ਤਾਂ ਮੈਂ PT ਕਰ ਲਾਂ। ਵੇਅਰਐਜ਼ ਉਹ ਬੱਚੇ ਜਿਹੜੇ ਉਹਨਾਂ ਦੇ ਦੂਜੇ ਸਟੇਟਸ ਦੇ ਨੇ ਆਪਣੇ, ਉਹ PT ਹੋਰ ਕਾਰਨਾਂ ਤੋਂ ਦਿੰਦੇ ਆ। ਉਹ ਇਸ ਕਰਕੇ PT ਨਹੀਂ ਦਿੰਦੇ ਕਿਉਂਕਿ ਮੇਰੇ ਆਇਲਸ 'ਚ ਨੰਬਰ ਨਹੀਂ ਆਉਂਦੇ ਪਏ, ਮੇਬੀ ਡੇਟ ਅਵੇਲੇਬਿਲਿਟੀ ਨਹੀਂ ਹੈਗੀ ਜਾਂ ਰਿਜ਼ਲਟ ਉਹ ਤੇਜ਼ੀ ਨਾਲ ਆ ਜਾਂਦਾ ਜਾਂ ਯੂਨੀਵਰਸਿਟੀ ਦੇ ਵਿੱਚ ਐਕਸੈਪਸ਼ਨ ਹੈਗਾ ਫॉर ਸਰਟਨ ਪ੍ਰੋਗਰਾਮਸ, ਕੁਛ ਵੀ ਫੈਕਟਰ ਹੋ ਸਕਦਾ PT ਦੇਣ ਦਾ। ਹੁਣ ਇੰਡੀਆ ਜਾਂ ਪੰਜਾਬ ਦੇ ਵਿੱਚ ਆਇਲਸ ਇੱਕ ਮਿਸ਼ਨ ਹੈ। ਪੰਜਾਬ ਇਸ ਤਰ੍ਹਾਂ 6 ਈਚ ਜਦ ਤੱਕ ਨਹੀਂ ਆ ਪਾਉਂਦੇ ਬੱਚਾ 1 ਸਾਲ 8 ਮਹੀਨੇ 2 ਸਾਲ ਆਇਲਸ ਹੀ ਕਰਦਾ ਰਹਿੰਦਾ। 3 ਵਾਰ ਆਇਲਸ ਕੀਤਾ ਪਿਛਲੇ 2 ਸਾਲਾਂ ਦੇ ਵਿੱਚ, ਫਿਰ ਕਾਬਲ ਬਣੇ, ਫਿਰ ਕੈਨੇਡਾ ਵਾਲੇ ਪਾਸੇ ਤੁਰੀਏ। ਤਾਂ ਜੇ ਮਿਸ਼ਨ ਜਦ ਤੱਕ ਆਪਣਾ ਆਇਲਸ ਵਾਲਾ ਹਰ ਇੱਕ ਸਟੂਡੈਂਟ ਦਿਮਾਗ 'ਚ ਹੈ, PT ਦੀ ਤਵੱਜੋ ਜਾਂ PT ਦੀ ਇੰਪੋਰਟੈਂਸ ਤਦ ਤੱਕ ਨਹੀਂ ਆ ਸਕਦੀ। ਪਰ ਚੰਗੀ ਨਿਊਜ਼ ਕਿਹੜੀ ਹੈ? ਇਸ ਸਾਲ ਦੇ ਐਂਡ ਤੱਕ ਕੈਨੇਡੀਅਨ ਗਵਰਨਮੈਂਟ ਨੇ ਜਿਹੜੀ ਅਨਾਊਂਸਮੈਂਟ ਕੀਤੀ ਹੈ ਆਪਣੀ ਵੈਬਸਾਈਟ ਦੇ ਉੱਤੇ ਦੈਟ ਉਹ PT ਨੂੰ ਵੀ ਬਾਕੀ ਟੈਸਟ ਦੇ ਨਾਲ ਉਨੀ ਹੀ ਇੰਪੋਰਟੈਂਸ ਦੇਣਗੇ ਐਂਡ ਆਫ ਦਿਸ ਈਅਰ 2023 ਦੇ ਐਂਡ ਤੱਕ। ਉਸ ਤੋਂ ਬਾਅਦ ਸ਼ਾਇਦ ਹੋ ਸਕਦਾ PT ਦੀ ਐਕਸੈਪਟੈਂਸ, PT ਦੀ ਪੈਟਰਨ ਕੁਛ ਵੀ ਚੇਂਜ ਹੋਵੇ ਤਾਂ ਕਿ ਸਟੂਡੈਂਟਸ ਦੇ ਵਿੱਚ ਓਨਾ ਹੀ ਕੰਪੀਟੀਟਿਵ ਬਣੇ ਜਿੰਨਾ ਕਿ ਆਇਲਸ ਹੈਗਾ। ਪਰ ਹਾਲ ਦੀ ਘੜੀ ਜਿਹੜਾ PT ਵਾਲਾ ਸਟੂਡੈਂਟ ਹੈ, ਮਾਈ ਰੈਕਮੈਂਡੇਸ਼ਨ ਵਿਲ ਬੀ ਗੋ ਟੂ ਏ ਪ੍ਰੋਗਰਾਮ ਜਿੱਥੇ ਐਕਚੁਅਲ ਸੈਂਸ ਬਣੇ ਤੁਹਾਡੇ ਪ੍ਰੋਗਰਾਮ ਦੇ ਕਰਨ ਦਾ। ਉਹ ਡਿਗਰੀ ਲੈਵਲ ਵੀ ਹੋ ਸਕਦਾ ਹੈ ਔਰ ਸਰਟੀਫਿਕੇਟ ਲੈਵਲ ਵੀ ਹੋ ਸਕਦਾ, ਪਰ ਓਵਰਆਲ ਪ੍ਰੋਫਾਈਲ ਦੇਖੋ ਫਿਰ PT ਦੇ ਬੇਸ 'ਤੇ ਅਪਲਾਈ ਕਰੋ। ਦੈਟ ਇਜ਼ ਦ ਬੈਸਟ ਐਡਵਾਈਸ ਆਈ ਕੈਨ ਗਿਵ ਐਜ਼ ਆਫ ਨਾਓ। ਸੋ ਰੋਹਿਤ ਜੀ, ਅਗਰ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਇਟ ਇਜ਼ ਲਾਈਕ ਅ ਸੈਕਿੰਡ ਪੰਜਾਬ ਫॉर ऑल ऑफ अस। ਸਭ ਲੋਕ ਕੈਨੇਡਾ ਪ੍ਰੈਫਰ ਕਰਦੇ ਹੈ, ਪਹਿਲੀ ਪਸੰਦ ਹੈ ਪੰਜਾਬੀਆਂ ਦੀ। ਬਟ ਅਗਰ ਦੇਖਿਆ ਜਾਵੇ ਤਾਂ ਹੱਲੇ ਵੀ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਸਟਰਗਲ ਕਰਨਾ ਪੈ ਰਿਹਾ। ਹੱਲੇ ਵੀ ਇੱਦਾਂ ਦੇ ਬਹੁਤ ਲੋਕ ਹੈ ਜੋ ਸੈਟਲ ਨਹੀਂ ਹੋ ਪਾ ਰਹੇ ਕੈਨੇਡਾ ਦੇ ਵਿੱਚ ਜਾ ਕੇ ਵੀ। ਤਾਂ ਉਹਨਾਂ ਲਈ ਤੁਸੀਂ ਕੀ ਕਹੋਗੇ? ਦੇਖੋ, ਐਜੂਕੇਸ਼ਨ ਇੰਡਸਟਰੀ 'ਚ ਅਰਾਊਂਡ 20-21 ਸਾਲ ਹੋ ਗਏ ਮੈਨੂੰ ਇਸ ਇੰਡਸਟਰੀ 'ਚ ਕੰਮ ਕਰਦੇ ਹੋ। ਸਾਡੇ ਲਈ ਕੰਟਰੀ ਬਦਲਦਾ, ਕਦੇ ਆਸਟ੍ਰੇਲੀਆ ਪ੍ਰਮੋਟ ਹੋ ਗਿਆ, UK ਪ੍ਰਮੋਟ ਹੋ ਗਿਆ, ਕੈਨੇਡਾ ਹੋ ਗਿਆ, USA ਹੋ ਗਿਆ ਔਰ ਨਿਊਜ਼ੀਲੈਂਡ ਹੋ ਗਿਆ। ਵੇਅਰਐਜ਼ ਪ੍ਰੋਸੈਸ ਐਂਡ ਸਵਾਲ ਨਹੀਂ ਬਦਲਦੇ, ਨਾ ਸਟੂਡੈਂਟ ਦੇ ਨਾ ਹੀ ਹਾਈ ਕਮਿਸ਼ਨ ਦਾ ਕੁਛ ਨਾ ਕੁਛ ਪ੍ਰੋਸੈਸ ਕਰਨ ਦੇ, ਬੇਸਿਕ ਫਾਊਂਡੇਸ਼ਨ ਉਹੀ ਰਹਿੰਦਾ ਹੈ। ਪਰ ਪ੍ਰੋਬਲਮ ਇੱਕੋ ਹੀ ਹੈ, ਜਦ ਵੀ ਸਟੂਡੈਂਟ ਇੱਥੋਂ ਬਾਹਰ ਜਾਣ ਦੀ ਗੱਲ ਕਰਦਾ ਹੈ ਉਹ ਸਿੱਧਾ ਵੀਜ਼ੇ ਨੂੰ ਪੈਂਦਾ। ਮੇਰਾ ਵੀਜ਼ਾ ਕਦ ਆਊਗਾ ਐਂਡ ਮੈਂ ਕਦ ਜਾ ਪਾਵਾਂਗਾ। ਕੋਈ ਵੀ ਸਟੂਡੈਂਟ ਸਪੈਸ਼ਲੀ ਇਸ ਹਿੱਸੇ ਤੋਂ ਕੰਟਰੀ ਦੇ ਪ੍ਰੋਸੈਸ ਪੁੱਛ ਕੇ ਰਾਜੀ ਨਹੀਂ ਹੈ, ਕਦੋਂ ਕੀ ਹੋਏਗਾ ਅਤੇ ਉਹ ਹੋਣ ਵਾਸਤੇ ਮੈਨੂੰ ਕੀ ਚਾਹੀਦਾ ਹੋਏਗਾ। ਬੇਸਿਕ ਪ੍ਰੋਸੈਸ ਜਿਹਦੇ ਵਿੱਚ ਆਪਾਂ ਚੀਟਿੰਗ ਦਾ ਬਲੇਮ ਵੀ ਲਾਉਂਦੇ ਹਾਂ ਅਗਲੇ ਬੰਦੇ ਉੱਤੇ, ਮੇਰੀ ਕਿਸਮਤ ਮਾੜੀ ਸੀ ਉਹਦਾ ਬਲੇਮ ਵੀ ਲਾਉਂਦੇ ਹਾਂ। ਪਰ ਉਹ ਪ੍ਰੋਸੈਸ ਨੂੰ ਪਤਾ ਕਰਕੇ ਆਪਾਂ ਜੇ ਚੱਲੀਏ ਤਾਂ ਪੂਰੇ ਦਾ ਪੂਰਾ ਜਰਨੀ ਬੜਾ ਸਮੂਥ ਹੋਵੇ। ਜਰਨੀ ਤੋਂ ਇਲਾਵਾ ਜਦ ਤੁਸੀਂ ਉੱਥੇ ਪਹੁੰਚਦੇ ਹੋ, ਅਗਲਾ ਪ੍ਰੋਸੈਸ ਪੜ੍ਹਨ ਦਾ, ਪੜ੍ਹ ਕੇ ਵਰਕ ਪਰਮਿਟ ਲੈਣ ਦਾ, ਵਰਕ ਪਰਮਿਟ ਤੋਂ ਬਾਅਦ ਤੁਹਾਡੀ PR ਲੈਣ ਦਾ, ਸਾਰਾ ਪ੍ਰੋਸੈਸ ਡਿਫਾਈਨ ਹੋਏਗਾ। ਤਾਂ ਤੁਸੀਂ ਇਹਨੂੰ ਅਗਲੇ ਜਿਹੜੇ ਆਪਣੇ ਆਸਟ੍ਰੇਲੀਆ, ਕੈਨੇਡਾ ਔਰ UK ਦੀ ਜਰਨੀ ਹੈ ਸਟੈਪਸ ਦੇ ਵਿੱਚ ਵੰਡਣੀ ਜ਼ਰੂਰੀ ਹੈ। ਪਹਿਲਾ ਸਟੈਪ, ਜਿਹੜੇ ਕੋਰਸ 'ਚ ਪੜ੍ਹਨ ਜਾਂਦੇ ਪਏ ਹੋ, ਜਿਹੜੇ ਕਾਲਜ 'ਚ ਪੜ੍ਹਨ ਜਾਂਦੇ ਪਏ ਹੋ, ਜਿਹੜੇ ਦੇਸ਼ 'ਚ ਪੜ੍ਹਨ ਜਾਂਦੇ ਪਏ ਹੋ, ਉਹਨਾਂ ਦੇ ਕਲਚਰ ਨੂੰ ਸਿੱਖੋ, ਉਹਨਾਂ ਦੇ ਪੜ੍ਹਾਈ ਦੇ ਪੈਟਰਨ ਨੂੰ ਸਮਝੋ। ਕੀ ਚੀਜ਼ਾਂ ਮੈਨੂੰ ਉੱਥੇ ਪੜ੍ਹਾਈ 'ਚ ਫੇਲ ਕਰਾਉਣਗੀਆਂ, ਕੀ ਚੀਜ਼ਾਂ ਮੈਨੂੰ ਪੜ੍ਹਾਈ 'ਚ ਪਾਸ ਕਰਾਉਣਗੀਆਂ, ਕਿਉਂਕਿ ਤੁਹਾਡਾ ਸਟੂਡੈਂਟ ਵੀਜ਼ਾ ਹੈ। ਨੰਬਰ 2, ਉੱਥੋਂ ਦੀ ਲੋਕਲ ਲੈਂਗੁਏਜ। ਆਪਾਂ ਇੰਗਲਿਸ਼ ਬੋਲ ਸਕਦੇ ਹਾਂ ਸਾਰੇ, ਇੰਗਲਿਸ਼ ਦੇ ਨਾਲ ਉਸ ਕੰਟਰੀ ਦੇ ਕੁਛ ਐਕਸੈਂਟ ਆ ਜਾਂਦੇ ਨੇ, ਕੁਛ ਸਲੈਂਗ ਆ ਜਾਂਦੇ ਨੇ। ਜੇ ਮੈਂ ਉਹਨਾਂ ਨੂੰ ਬੋਲਾਂਗਾ ਤਾਂ ਸ਼ਾਇਦ ਮੈਂ ਉਹ ਕਲਚਰ ਨੂੰ ਅਪਣਾਉਣ ਦੇ ਵਿੱਚ ਕਾਮਯਾਬ ਹੋ ਗਿਆ ਅਤੇ ਮੈਨੂੰ ਨਾ ਤਾਂ ਜੋਬ ਲੱਭਣ 'ਚ ਕੋਈ ਟੈਨਸ਼ਨ ਹੋਏਗੀ, ਨਾ ਮੇਰਾ ਸਮਾਂ ਖਰਾਬ ਹੋਏਗਾ। ਬਗੈਰ ਐਕਸੈਂਟ ਜਾਂ ਬਗੈਰ ਇੰਗਲਿਸ਼ ਤੋਂ ਉੱਥੇ ਇੱਕ ਭਾਸ਼ਾ ਇੱਕ ਇਹੋ ਜਿਹੀ ਚੀਜ਼ ਹੈ ਜੋ ਤੁਹਾਨੂੰ ਜਾਂ ਮੇਕ ਕਰਾਏਗੀ ਜਾਂ ਬ੍ਰੇਕ ਕਰਾਏਗੀ। ਮੇਕ ਉਦੋਂ ਕਰਾਏਗੀ ਜਦ ਤੁਸੀਂ ਗੱਲਬਾਤ ਕਰ ਸਕੋਗੇ, ਆਪਣੀ ਗੱਲ ਪੁੱਟ ਅਕਰੋਸ ਕਰ ਸਕੋਗੇ, ਸਮਝਾ ਸਕੋਗੇ ਅਗਲੇ ਬੰਦੇ ਨੂੰ ਤੁਸੀਂ ਚਾਹੁੰਦੇ ਕੀ ਹੋ ਇਨ ਟਰਮਸ ਆਫ ਜੋਬਸ, ਇਨ ਟਰਮਸ ਆਫ ਫਾਈਨੈਂਸ਼ੀਅਲਸ। ਪਰ ਜਿੱਥੇ ਤੁਸੀਂ ਗੱਲਬਾਤ ਹੀ ਨਹੀਂ ਕਰ ਪਾਏ ਤਾਂ ਉਹ ਜੋਬ ਦਾ ਸਿਲਸਿਲਾ ਸ਼ੁਰੂ ਹੀ ਨਹੀਂ ਹੋਣਾ, ਨੈਟਵਰਕ ਤੁਹਾਡਾ ਵੱਡਾ ਨਹੀਂ ਬਣਨਾ। ਇੰਡੀਆ ਵਿੱਚ ਵੀ ਸਾਡੇ ਕੋਲ ਇੱਕੋ ਦਲੇਰੀ ਹੁੰਦੀ ਹੈ ਜਾਂ ਇੱਕੋ ਸੁੱਖ ਹੁੰਦਾ, ਇੱਕ ਆਵਾਜ਼ ਮਾਰੀ ਤਾਂ 1000 ਬੰਦਾ ਇਕੱਠਾ ਹੋ ਗਿਆ ਸਾਡੇ ਆਸ-ਪਾਸ। ਨੈਟਵਰਕ, ਕਨੈਕਸ਼ਨ, ਨੈਟਵਰਕ, ਕੋਈ ਵੀ ਨਾਮ ਦੇ ਦਿਓ।
ਇਹੀ ਚੀਜ਼ ਜੇ ਉੱਥੇ ਸ਼ੁਰੂਆਤ ਕਰਦੇ ਹੋ ਨੈਟਵਰਕ ਬਣਾਉਣ ਦੀ, ਨੋਟ ਓਨਲੀ ਵਿਦ ਪੰਜਾਬੀ ਕਮਿਊਨਿਟੀ, ਵਿਦ ਦ ਕਮਿਊਨਿਟੀ ਅਪਾਰਟ ਫਰੋਮ ਪੰਜਾਬੀ, ਕਿਉਂਕਿ ਕੈਨੇਡਾ ਸਿਰਫ ਪੰਜਾਬੀ ਕਮਿਊਨਿਟੀ ਨਾਲ ਨਹੀਂ ਬਣਿਆ, ਇਟਸ ਅ ਮਲਟੀ ਕਲਚਰਲ ਕੰਟਰੀ। ਜਿੰਨਾ ਨੈਟਵਰਕ ਵੱਡਾ ਹੋਏਗਾ ਜਾਂ ਵੱਡੇ ਕਰਨ ਦਾ ਸਕਿੱਲ ਤੁਹਾਡੇ ਵਿੱਚ ਹੋਏਗਾ, ਉਹਨਾਂ ਤੁਸੀਂ ਉੱਥੇ ਕਾਮਯਾਬ ਹੋਵੋਗੇ। ਬੜੀ ਇੱਕ ਜੇ 100 ਬੱਚਾ ਜਾਂਦਾ 50 ਸਕਸੈਸਫੁਲ 50 ਨਾਟ ਸਕਸੈਸਫੁਲ। ਸਿੰਪਲ ਚੀਜ਼ਾਂ ਮੇਰੀ ਆਪਣੀ ਗਲਤੀਆਂ, ਜੇ ਮੈਂ ਕਨਫਾਈਡ ਹੋ ਕੇ ਆਪਣੇ ਆਪ ਨੂੰ ਡੱਬੇ 'ਚ ਰੱਖ ਦਾਂਗਾ, ਭਾਸ਼ਾ ਬੋਲ ਨਹੀਂ ਪਾਵਾਂਗਾ, ਸਰਕਲ ਲਿਮਿਟਡ ਰੱਖਾਂਗਾ ਜਿਹੜਾ ਕਿ ਮੈਨੂੰ ਕੋਈ ਵਾਧਾ ਨਹੀਂ ਦੇ ਰਿਹਾ ਹੈਗਾ, ਆਹ 3-4 ਚੀਜ਼ਾਂ 'ਤੇ ਕੰਮ ਕਰ ਲਓਗੇ ਐਂਡ ਦੈਟਸ ਇਟ, ਯੂ ਆਰ ਗੋਨਾ ਮੇਕ ਇਟ। ਸਭ ਤੋਂ ਵੱਡੀ ਗਲਤੀ ਜਿਹੜਾ ਬੱਚਾ ਕਰਦਾ ਪੂਰੇ ਪ੍ਰੋਸੈਸ ਦੇ ਵਿੱਚ, ਜੇ ਕੋਈ ਮਦਦ ਦੀ ਲੋੜ ਹੁੰਦੀ ਹੈ ਉਹ ਯੂਨੀਵਰਸਿਟੀ ਦੇ ਨਾਲ ਨਾ ਗੱਲ ਕਰਕੇ ਹੋਰਾਂ ਬੰਦਿਆਂ ਨਾਲ ਗੱਲ ਕਰਦਾ ਜਿਹੜੇ ਉਹਨੂੰ ਸਲਾਹ ਦਿੰਦੇ ਆ। ਸਲਾਹ ਵੀ 2 ਤਰੀਕੇ ਦੀ ਹੁੰਦੀ ਹੈ, ਕੋਈ ਐਕਚੁਅਲ ਦੇ ਵਿੱਚ ਸਲਾਹ ਮਾੜੀ ਨਹੀਂ ਦੇਣਾ ਚਾਹੁੰਦਾ, ਮੋਸਟਲੀ ਬੰਦੇ ਉਹ ਇਸ ਕਰਕੇ ਮਾੜੀ ਦੇ ਬੈਠਦੇ ਆ, ਲਿਮਿਟਿਡ ਨੌਲੇਜ, ਕਿਉਂਕਿ ਮੈਨੂੰ ਪਤਾ ਹੀ ਜੇ ਇੰਨਾ ਹੈ ਮੈਂ ਤਾਂ ਸਲਾਹ ਉਸੇ ਸੋਚ ਨਾਲ ਦੇਵਾਂਗਾ ਜਿੰਨਾ ਕੁ ਮੈਨੂੰ ਪਤਾ। ਕਈ ਵਾਰ ਕਾਰਨ ਬੱਚਾ ਉਹਨੂੰ ਸਲਾਹ ਦੇਣਾ ਹੀ ਨਹੀਂ ਚਾਹੁੰਦਾ ਸਹੀ। ਉਹਦੇ ਵਿੱਚ ਯੂਨੀਵਰਸਿਟੀ ਹੀ ਤੁਹਾਡਾ ਇੱਕ ਜਾਂ ਕਾਲਜ ਹੀ ਤੁਹਾਡਾ ਇੱਕ ਹੈਲਪ ਸੈਂਟਰ ਹੈ, ਪਰ ਕੰਡੀਸ਼ਨ ਇੱਕੋ ਹੈ, ਤੁਸੀਂ ਹੈਲਪ ਮੰਗੋਗੇ ਤਾਂ ਹੈਲਪ ਮਿਲੇਗੀ। ਕੋਈ ਵੀ ਦੁੱਖ ਸੁੱਖ ਹੁੰਦਾ, ਗੋ ਟੂ ਯੂਨੀਵਰਸਿਟੀ, ਗੋ ਟੂ ਕਾਲਜਸ, ਗੋ ਟੂ ਉਹਨਾਂ ਦੇ ਇੰਟਰਨੈਸ਼ਨਲ ਆਫਿਸ ਦੇ ਵਿੱਚ, ਜਿੱਥੇ ਤੁਹਾਡੇ ਲਈ ਇੰਟਰਨੈਸ਼ਨਲ ਸਟੂਡੈਂਟ ਲਈ ਬਹੁਤ ਸਾਰੇ ਕਾਉਂਸਲਰਸ, ਬਹੁਤ ਸਾਰੇ ਹੈਲਪ ਦੀ ਗਾਈਡਸ ਅਵੇਲੇਬਲ ਹੁੰਦੀ ਹੈ। ਤਾਂ ਆਪਣੇ ਸਟੈਪਸ ਨੂੰ ਡਿਫਾਈਨ ਕਰਕੇ ਆਪਣੀ ਬਾਹਰ ਦੀ ਯਾਤਰਾ ਸ਼ੁਰੂ ਕਰੋ। ਜੇ ਮੈਨੂੰ ਆਹ ਪ੍ਰੋਬਲਮ ਆ ਜਾਂਦੀ ਹੈ, ਮੈਨੂੰ ਕਿਹਦੇ ਕੋਲ ਜਾਣਾ ਹੈ, ਮੈਂ ਫ਼ੋਨ 'ਚ ਕਿਸੇ ਦੋਸਤ ਮਿੱਤਰ ਨੂੰ ਨੰਬਰ ਮਿਲਾਵਾਂਗਾ ਜਾਂ ਯੂਨੀਵਰਸਿਟੀ ਦੇ ਵਿੱਚ ਜਿਹੜੀ ਹੈਲਪ ਹੈ ਉਹ ਮਿਲ ਪਾਏਗੀ ਮੈਨੂੰ, ਜਿਹੜੀ ਕਿ ਪ੍ਰੋਬਲਮ ਨੂੰ ਡੀਲ ਕਰਨ 'ਚ ਸੌਖਾ ਕਰੇਗੀ। ਬੇਸਿਕ ਚੀਜ਼ਾਂ ਅਬਾਊਟ ਦਾ ਕੰਟਰੀ ਇਜ਼ ਦਾ ਓਨਲੀ ਆਨਸਰ ਜਿੱਥੇ ਤੁਸੀਂ ਆਪਣਾ ਸਕਸੈਸਫੁਲ ਜਰਨੀ ਪੂਰੀ ਕਰ ਸਕਦੇ ਹੋ। ਫਰੋਮ ਏ ਸਟੂਡੈਂਟ ਟੂ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰ, ਫਰੋਮ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰ ਟੂ ਦਾ ਪਰਮਾਨੈਂਟ ਰੈਜ਼ੀਡੈਂਸੀ, ਸਿੰਪਲ। ਸੋ ਰੋਹਿਤ ਜੀ, ਮੇਰਾ ਇਹ ਵੀ ਸਵਾਲ ਹੈ ਕਿ ਅਗਰ ਆਪਾਂ ਗੱਲ ਕਰਦੇ ਹਾਂ ਸਟੂਡੈਂਟ ਵੀਜ਼ਾ ਦੀ, ਜੋ ਸਟੂਡੈਂਟਸ ਜਾਂਦੇ ਆ ਬਾਹਰ, ਸੋ ਤੁਹਾਡੀ ਕੀ ਰਾਏ ਹੈ ਕਿ ਉਹਨਾਂ ਨੂੰ ਕਾਲਜ ਆਪਟ ਕਰਨਾ ਚਾਹੀਦਾ ਜਾਂ ਫਿਰ ਯੂਨੀਵਰਸਿਟੀਜ਼ ਆਪਟ ਕਰਨੀ ਚਾਹੀਦੀ? ਦੇਖੋ, ਇਹ ਨਾ ਸਟੂਡੈਂਟ ਪੂਰੀ ਫਰਟਰਨਿਟੀ ਨੂੰ ਇੰਡੀਆ ਦੇ ਵਿੱਚ ਮੈਂ 2 ਹਿੱਸਿਆਂ 'ਚ ਵੰਡਦਾ ਆਪਣੇ ਦਿਮਾਗ ਦੇ ਵਿੱਚ। ਪਹਿਲਾ ਹਿੱਸਾ ਉਹ ਸਟੂਡੈਂਟ ਜਿਹਨੂੰ ਐਕਚੁਅਲ 'ਚ ਪਤਾ ਉਹਨੇ ਜ਼ਿੰਦਗੀ 'ਚ ਕਰਨਾ ਕੀ ਹੈ, ਉਹਦੇ ਕੋਲ ਰੱਜ ਕੇ ਗਾਈਡੈਂਸ ਵੀ ਹੁੰਦੀ ਹੈ ਪੇਰੈਂਟਸ ਦੀ, ਆਪਣੀ ਫੈਮਿਲੀ ਜਾਂ ਦੋਸਤ ਮਿੱਤਰਾਂ ਦੇ ਸਰਕਲ 'ਚ ਐਗਜ਼ਾਮਪਲ ਵੀ ਹੁੰਦੇ ਆ, ਇਹੋ ਜਿਹੇ ਮੈਂਟਰ ਹੁੰਦੇ ਨੇ ਜਿਹੜੇ ਉਹ ਐਗਜ਼ਾਮਪਲ ਲੈ ਕੇ ਵੀ ਮੈਂ ਇੰਨਾ ਪੜ੍ਹ ਲਾਂਗਾ ਤਾਂ ਮੈਂ CA ਬਣ ਜਾਵਾਂਗਾ, ਇੰਨਾ ਪੜ੍ਹ ਲਾਂਗਾ ਤਾਂ ਡਾਕਟਰ ਬਣ ਜਾਵਾਂਗਾ, ਇੰਨਾ ਪੜ੍ਹ ਲਾਂਗਾ ਤਾਂ ਮੈਂ ਨੇਵੀ ਚਲਾ ਜਾਵਾਂਗਾ ਨਾ। ਆਪਣੇ ਹਰੇਕ ਦੇ ਮੈਂਟਰ ਹੁੰਦੇ ਨੇ। ਇੱਕ ਦੂਜਾ ਫਰਟਰਨਿਟੀ ਆਫ ਸਟੂਡੈਂਟਸ ਉਹ ਹੈ ਜੋ ਅਨਫੋਰਚੂਨੇਟਲੀ ਬਹੁਤ ਵੱਡੀ ਵੋਲਿਊਮ 'ਚ ਹੈ, ਜਿਹੜਾ ਇੱਕ BA ਦੀ ਪੜ੍ਹਾਈ ਜਾਂ BCom ਦੀ ਪੜ੍ਹਾਈ ਸਿਰਫ ਇਸੇ ਕਰਕੇ ਲੈਂਦਾ ਕਿਉਂਕਿ ਉਹਦੇ 5 ਦੋਸਤ ਜਾਂਦੇ ਪਏ ਨੇ ਉੱਥੇ, ਉਹਨੂੰ ਆਪ ਨੂੰ ਕੁਛ ਨਹੀਂ ਪਤਾ ਲਾਈਫ 'ਚ ਕਰਨਾ ਕੀ ਹੈ। ਅੱਜ ਮੇਰੇ 5-6 ਮਿੱਤਰ ਚਲੇ ਗਏ, ਮੈਂ ਉਹਦੇ ਨਾਲ ਹੀ ਉਹਨਾਂ ਕਾਲਜਾਂ ਵਿੱਚ ਹੋ ਗਿਆ, ਹੋਰ ਕੋਈ ਲੌਜਿਕ ਨਹੀਂ ਲਗਾਇਆ। ਹੁਣ ਇਹੋ ਜਿਹਾ ਸਟੂਡੈਂਟ ਜਦ ਕੈਨੇਡਾ ਜਾਂ ਆਸਟ੍ਰੇਲੀਆ ਜਾਂ UK ਕਿਤੇ ਵੀ ਜਾਣ ਦੀ ਗੱਲ ਕਰਦਾ ਨਾ, ਉਹਦਾ ਪਹਿਲਾ ਕੁਐਸਚਨ ਜਾਂ ਪਹਿਲਾ ਦਿਮਾਗ 'ਚ ਕੁਐਸਚਨ ਕੀ ਆਉਂਦਾ, ਯਾਰ ਮੈਂ ਉੱਥੇ ਜਾਵਾਂ ਜਿੱਥੇ ਮੇਰੇ ਦੋਸਤ ਮਿੱਤਰ ਹੈ। ਹੁਣ ਉਹਦੇ ਵਿੱਚ ਉਹ ਕੋਰਸ ਨਹੀਂ ਪੁੱਛਦਾ ਕੀ ਪੜ੍ਹਾਂਗਾ, ਉਹ ਲੋਕੇਸ਼ਨ ਪੁੱਛਦਾ, ਮੇਰਾ ਦੋਸਤ ਇੱਥੇ ਹੈ, ਉਹਨੇ ਮੇਰੇ ਜਾਂਦੇ ਕੰਮ ਲੱਭ ਲਿਆ। ਨਾ ਮੈਨੂੰ ਪੜ੍ਹਾਈ ਦਾ ਪੁੱਛਣਾ, ਨਾ ਮੈਨੂੰ ਵੀਜ਼ੇ ਦਾ ਪੁੱਛਣਾ, ਬਸ ਇੱਕੋ ਜਵਾਬ, ਵੀਜ਼ਾ ਆ ਜਾਊਗਾ ਭਾਜੀ, ਦੈਟਸ ਇਟ। ਤਾਂ ਆਹ ਸਵਾਲਾਂ ਤੋਂ ਜਦ ਸ਼ੁਰੂਆਤ ਹੁੰਦੀ ਹੈ ਨਾ, ਉਹ ਸ਼ੁਰੂਆਤ ਹੈ ਚੀਟਿੰਗ ਦੀ, ਉਹ ਸ਼ੁਰੂਆਤ ਹੈ ਟਾਈਮ ਵੇਸਟ ਦੀ, ਉਹ ਸ਼ੁਰੂਆਤ ਹੈ ਪੈਸੇ ਵੇਸਟ ਦੀ। ਜੇ ਬੱਚਾ ਉਹ ਪ੍ਰੋਸੈਸ ਵਾਲੇ ਪਾਸੇ ਜਾਊਗਾ, ਕੋਰਸ ਵਾਲੇ ਪਾਸੇ ਪੁੱਛੂਗਾ, ਤਾਂ ਜੇ ਤੁਸੀਂ ਕਾਲਜ ਜਾਂਦੇ ਪਏ ਹੋ, ਯੂਨੀਵਰਸਿਟੀ ਜਾਂਦੇ ਪਏ ਹੋ, ਡਜ਼ਨਟ ਮੈਟਰ। ਬਟ ਇਹ ਆਮ ਤੌਰ 'ਤੇ ਦੇਖਿਆ ਗਿਆ ਹੈ, 4 ਵਾਰ ਤੁਹਾਡਾ ਕਾਲਜ ਤੋਂ ਵੀਜ਼ਾ ਰਿਫਿਊਜ਼ਲ ਹੈ, ਏਜੰਟ ਤੁਹਾਨੂੰ ਯੂਨੀਵਰਸਿਟੀ ਦੇ ਟਿਕਾਣੇ ਪਾ ਜਾਂਦਾ। ਯੂਨੀਵਰਸਿਟੀ ਤੋਂ 2 ਵਾਰ ਰਿਫਿਊਜ਼ਲ ਹੋ ਗਿਆ, ਤੁਸੀਂ ਵਾਪਸ ਕਾਲਜ ਵਾਲੇ ਪਾਸੇ ਆ ਜਾਂਦੇ ਹੋ, ਇੱਕ ਫੁੱਟਬਾਲ ਹੀ ਬਣ ਕੇ ਰਹਿ ਜਾਂਦੇ ਹੋ, ਕਿਉਂਕਿ ਉਹਦੇ ਵਿੱਚ ਲੌਜਿਕ ਮਿਸਿੰਗ ਹੈ। ਤੁਹਾਨੂੰ ਯੂਨੀਵਰਸਿਟੀ ਦੀ ਪੜ੍ਹਾਈ ਕਿਉਂ ਚਾਹੀਦੀ ਹੈ? ਕੋਈ ਕਹਿੰਦਾ ਇੱਥੇ ਕਾਲਜ ਕਰ ਚੁੱਕੇ ਹੋ, ਨੰਬਰ ਘੱਟ ਹੈ, ਡਿਗਰੀ ਵਧੀਆ ਰਹੇਗੀ। ਕੋਈ ਕਹਿੰਦਾ ਨੰਬਰ ਹੈ ਨਹੀਂ ਤਾਂ ਡਿਗਰੀ ਕਿਵੇਂ ਵਧੀਆ ਰਹੇਗੀ, ਵਾਪਸ ਡਿਪਲੋਮੇ ਲਈ ਆ ਜਾਓ। ਤੁਸੀਂ ਬਾਏ ਦਾ ਐਂਡ ਐਜ਼ ਅ ਸਟੂਡੈਂਟ ਕਨਫਿਊਜ਼ ਹੀ ਹੁੰਦੇ ਰਹਿੰਦੇ ਹੋ। ਤਾਂ ਬੜਾ ਲੌਜੀਕਲੀ ਆਪਣੇ ਸਵਾਲਾਂ ਨੂੰ ਸਹੀ ਸਟਰਕਚਰ ਜਾਂ ਫਰੇਮ ਕਰੋ, ਆਪਣੇ ਕਾਰਨਾਂ ਨੂੰ ਸਹੀ ਸਟਰਕਚਰ ਜਾਂ ਫਰੇਮ ਦੇ ਵਿੱਚ ਲੈ ਕੇ ਆਓ, ਫਿਰ ਵੀਜ਼ਾ ਸਕਸੈਸ ਵੀ ਵਧੇਗਾ ਐਂਡ ਤੁਹਾਡੇ ਸੁਪਨੇ ਵੀ ਪੂਰੇ ਹੋਣਗੇ। ਫਿਰ ਤੁਸੀਂ ਕਾਲਜ ਜਾਂਦੇ ਹੋ ਜਾਂ ਯੂਨੀਵਰਸਿਟੀ ਜਾਂਦੇ ਹੋ, ਵਿਲ ਨਾਟ ਮੇਕ ਅ ਡਿਫਰੈਂਸ, ਕਿਉਂਕਿ ਤੁਸੀਂ ਕੋਰਸ ਪੜ੍ਹਨ ਜਾਂਦੇ ਪਏ ਹੋ। ਉਹ ਕੋਰਸ ਉਹ ਕਿਤੇ ਕਾਲਜ 'ਚ ਮਿਲਦਾ ਪਿਆ, ਯੂਨੀਵਰਸਿਟੀ 'ਚ ਮਿਲਦਾ ਪਿਆ, ਉਹਦੇ ਨਾਲ ਕੋਈ ਫਰਕ ਨਹੀਂ ਪਏਗਾ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਮੈਮ, ਥੈਂਕ ਯੂ ਜੀ। ਸੋ ਇਹ ਸੀ ਮੇਰੇ ਨਾਲ ਇਸ ਗਲੋਬਲ ਦੇ ਹੈਡ ਰੋਹਿਤ ਸੇਠੀ ਜੀ। ਆਮ ਸ਼ੋਰ ਹਮੇਸ਼ਾ ਹੀ ਤਰ੍ਹਾਂ ਦੇ ਜਿਹੜੇ ਵਰਡਸ ਹੈ, ਇਹਨਾਂ ਦੀ ਜਿਹੜੀ ਥਾਟਸ ਹੈ, ਕਾਫੀ ਹੈਲਪ ਮਿਲੀ ਹੋਊਗੀ ਤੁਹਾਨੂੰ। ਵੀਡੀਓ ਜਰਨਲਿਸਟ ਜਸ਼ਨ ਦੇ ਨਾਲ ਮੈਂ ਜਸਵੀਰ ਕੌਰ, ਡੇਲੀ ਪੋਸਟ ਪੰਜਾਬੀ।